ਨਿਊਯਾਰਕ ਸਿਟੀ ਦੇ ਵਿੱਚ ਸਿਟੀ ਕੌਂਸਲ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਅੱਜ ਸਾਡੇ ਨਾਲ ਇੱਕ ਕੈਂਡੀਡੇਟ ਹਨ ਜੋ ਡਿਸਟ੍ਰਿਕਟ 23 ਤੋਂ ਰਨ ਕਰ ਰਹੇ ਨੇ ਇਸ ਇਲੈਕਸ਼ਨ ਦੇ ਲਈ। ਸੰਜੀਵ ਭਾਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਹੋਟੀ ਸਾਹਿਬ, ਐਂਡ ਫਸਟ ਐਂਡ ਫਾਰਮੋਸਟ PTC ਦਾ ਧੰਨਵਾਦ ਇੱਥੇ ਆਉਣ ਲਈ, ਸਾਨੂੰ ਸਾਰੇ ਮੁੱਦਿਆਂ 'ਤੇ ਕਵਰ ਕਰਨ ਲਈ। ਓਕੇ ਜੀ, ਵੈਲਕਮ। ਸੰਜੀਵ ਜੀ, ਪਹਿਲੀ ਤੁਹਾਨੂੰ ਮੈਂ ਜਿਹੜਾ ਸਵਾਲ ਪੁੱਛਾਂ, ਸੰਜੀਵ ਜਿੰਦਲ ਹੈ ਕੌਣ ਹੈ? ਸੰਜੀਵ ਜਿੰਦਲ ਇੱਕ ਬਿਲਕੁਲ ਤੁਹਾਡੇ ਯਾਰ ਇਨਸਾਨ ਆ, ਜਿੱਦਾਂ ਤੁਸੀਂ ਸਾਰੇ ਅਸੀਂ ਵਿਚਰਦੇ ਹਾਂ ਇਕੱਠੇ, ਅਸੀਂ ਅੱਜ ਤੱਕ ਸਾਰੇ ਇਕੱਠੇ ਹੀ ਰਹਿੰਦੇ ਹਾਂ, ਇੰਡੀਆ ਤੋਂ ਵੀ ਇਕੱਠੇ ਰਹਿੰਦੇ ਆਏ ਹਾਂ, ਇੱਥੇ ਵੀ ਇਕੱਠੇ ਰਹਿੰਦੇ ਹਾਂ। ਬਿਲਕੁਲ ਮੈਂ ਤੁਹਾਡੇ ਯਾਰ ਹਾਂ, ਮੈਂ ਕੋਈ ਪੋਲੀਟੀਸ਼ੀਅਨ ਨਹੀਂ, ਪਰ ਹਾਂ ਕਮਿਊਨਿਟੀਜ਼ ਨੂੰ ਰੀਪ੍ਰਜੈਂਟ ਕਰਨ ਲਈ ਤੁਸੀਂ ਜ਼ਰੂਰ ਮੈਨੂੰ ਪੁਸ਼ ਕੀਤਾ ਸਾਰਿਆਂ ਨੇ ਇਕੱਠੇ ਹੋ ਕੇ। ਸਾਡੇ ਸਾਰੇ ਗੁਰੂ ਘਰਾਂ ਨੇ, ਸਾਡੇ ਸਾਰੇ ਮੰਦਿਰਾਂ ਨੇ। ਦਾ ਰੀਜ਼ਨ ਇਜ਼ ਕਿ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਅੰਡਰ ਰੀਪ੍ਰਜੈਂਟ ਆ। They are looking someone who can represent our community and who have the energy to represent and who can make the decision and make sure that the work is done. Sure. So ਗੱਲ ਇਹ ਹੈ ਕਿ ਤੁਸੀਂ ਚੰਗਾ ਭਲਾ ਬਿਜ਼ਨਸ ਚੱਲਦਾ ਸੀ, ਇਲੈਕਸ਼ਨ ਇੰਸ਼ੋਰੈਂਸ ਵੀ ਤੁਹਾਡੇ ਤੋਂ ਮੈਂ ਖੁਦ ਕਰਵਾਉਣਾ ਰਿਹਾ, ਅਤੇ ਤੁਹਾਡੇ ਦਿਲ ਦੇ ਵਿੱਚ ਕਿਉਂ ਆਇਆ ਕਿ ਤੁਸੀਂ ਬਿਜ਼ਨਸ ਨੂੰ, ਹੁਣ ਬਿਜ਼ਨਸ ਬੰਦ ਕੀਤਾ ਹੋਇਆ ਤਕਰੀਬਨ ਕਾਫੀ ਦੇਰ ਤੋਂ, ਇਲੈਕਸ਼ਨ ਦੀ ਕਿਉਂ ਤੁਹਾਨੂੰ ਲੋੜ ਪੈ ਗਈ? ਹੋਠੀ ਸਾਹਿਬ, ਇਹ ਬੜਾ ਵਧੀਆ ਕੁਐਸਚਨ ਆ ਤੁਹਾਡਾ ਕਿ ਸਭ ਕੁਛ ਠੀਕ ਠਾਕ ਚੱਲ ਰਿਹਾ ਸੀ, ਬੜੇ ਕੰਫਰਟ ਜ਼ੋਨ 'ਚ ਜ਼ਿੰਦਗੀ ਚੱਲ ਰਹੀ ਸੀ, ਅਤੇ ਮੈਂ ਮੇਰੇ ਦਰਸ਼ਕਾਂ ਨਾਲ ਨਾ ਇੱਕ ਛੋਟੀ ਜਿਹੀ ਸਟੋਰੀ ਆ ਜਿਹੜੀ ਸਾਂਝੀ ਕਰਨਾ ਚਾਹੁੰਦਾ ਇਹਦੇ ਪਿੱਛੇ, ਜਿਹੜਾ ਕਿ ਬਹੁਤ ਕੁਛ ਹੋਇਆ ਇਸ ਇਲੈਕਸ਼ਨ ਨੂੰ ਲੈ ਕੇ ਪਰਟੀਕੂਲਰਲੀ। ਇਹ ਕੋਈ ਅੱਜ ਦੀ ਗੱਲ ਨਹੀਂ। ਮੈਂ 2003 ਦੇ ਵਿੱਚ ਇਸ ਕੰਟਰੀ ਦੇ ਵਿੱਚ ਆਇਆ ਸੀ। ਆਈ ਕੇਮ ਹੀਅਰ ਵਿਦ ਦਾ ਅਮੈਰੀਕਨ ਡਰੀਮ ਕਿ ਮੈਂ ਵੀ ਮਤਲਬ ਇੱਕ ਸੇਫ ਹੋਊਂਗਾ, ਮੇਰੇ ਬੱਚੇ ਸੇਫ ਹੋਣਗੇ, ਬੈਟਰ ਐਜੂਕੇਸ਼ਨ ਹੋਏਗੀ, ਬੈਟਰ ਸੁਪਨੇ ਸਾਕਾਰ ਹੋਣ ਦਾ ਇੱਕ ਦੇਸ਼ ਜਿੱਥੇ ਮੈਂ ਆ ਕੇ ਲੈਂਡ ਕੀਤਾ। ਜਦੋਂ ਮੈਂ ਲੈਂਡ ਕੀਤਾ ਹੋਠੀ ਸਾਹਿਬ ਇੱਥੇ, ਅਤੇ ਮੈਨੂੰ ਲੱਗਿਆ ਕਿ ਹਾਂ ਇਹ ਉਹ ਕੰਟਰੀ ਹੈ ਜਿਹੜਾ ਮੈਂ ਆਪਣੇ ਸੁਪਨਿਆਂ 'ਚ ਦੇਖਿਆ ਕਰਦਾ ਸੀ, ਅਮੈਰੀਕਨ ਡਰੀਮ ਦੀ ਗੱਲ ਕਰਦਾ। ਪਰ ਮੈਨੂੰ ਹੌਲੀ ਹੌਲੀ ਲੱਗਣਾ ਸ਼ੁਰੂ ਹੋਇਆ ਕਿ ਯਾਰ ਕਿ ਮੈਂ ਮਤਲਬ ਐਮਪਾਵਰਮੈਂਟ ਦੀ ਸਾਡੀ ਕਮਿਊਨਿਟੀ 'ਚ ਬੜੀ ਲੈਕਿੰਗ ਆ। ਈਵਨ ਮੈਂ ਵੀ ਜਦੋਂ ਮੈਂ ਲੈਂਡ ਕੀਤਾ, ਮੈਂ ਉਹ ਸਭ ਤਰ੍ਹਾਂ ਦੀਆਂ ਜੋਬਾਂ ਕੀਤੀਆਂ ਜਿਹੜਾ ਇੱਕ ਕਾਮਨ ਮੈਨ ਕਰਦਾ। ਮੈਂ ਕੈਸ਼ੀਅਰ ਐਜ਼ ਏ ਡੇਲੀ, ਟੈਕਸੀ ਵੀ ਚਲਾਈ, ਕਾਫੀ ਟਰੱਕ ਵੀ ਚਲਾਇਆ, ਕੋਈ ਐਸਾ ਕੰਮ ਨਹੀਂ ਜਿਹੜਾ ਮੈਂ ਆਪਣੇ ਹੱਥੀਂ ਨਹੀਂ ਕੀਤਾ। ਬੱਚਿਆਂ ਨੂੰ ਟਿਊਸ਼ਨਾਂ ਵੀ ਪੜ੍ਹਾਈਆਂ, ਲੀਕਰ ਸਟੋਰ 'ਤੇ ਕੰਮ ਕੀਤਾ, ਸਭ ਕੁਛ ਕੀਤਾ। ਬਟ ਇਵੈਂਚੁਅਲੀ ਆਈ ਕੇਮ ਇਨ ਇੰਸ਼ੋਰੈਂਸ ਇੰਡਸਟਰੀ ਐਂਡ ਵੈਰੀ ਪ੍ਰੀਟੀ ਸੂਨ ਆਈ ਫਾਈਂਡ ਮਾਈ ਫੋਰਚੂਨ. So I start working in the insurance industry. When I'm sitting on the other side of the table and community is coming with me and discussing their problems, then I figure it out there is a lot of lackness of the awareness in our community. We are here making money, but we are not involved in the political system. We don't know how it works. We know ਕਿ ਸਾਡਾ ਇੰਡੀਆ 'ਚ ਪੋਲੀਟਿਕਸ ਜਿਹੜੀ ਹੈਗੀ ਹੈ, ਸਾਡਾ ਕਾਉਂਸਲਰ ਕੌਣ ਆ, MLA ਕੌਣ ਆ, MP ਕੌਣ ਆ, ਮਿਨਿਸਟਰਸ ਕੌਣ ਨੇ, ਚੀਫ ਮਿਨਿਸਟਰ ਕੌਣ ਆ, but we don't know who is our district leader over here. Yeah. We don't know who is our council member, who is our assemblyman, who is our state senate. We don't know. So I feel that there is a ਕਮੀ ਹੈ ਜਿਹੜੀ ਸਾਡੀ ਕਮਿਊਨਿਟੀ ਨੂੰ ਰਿਪਰਜੈਂਟ ਹੋਣਾ ਚਾਹੀਦਾ। ਫਿਰ ਇੱਕ ਛੋਟੀ ਜਿਹੀ ਆਰਗੇਨਾਈਜੇਸ਼ਨ ਕ੍ਰੀਏਟ ਹੋਈ ਇਨ 2014 ਐਮਪਾਵਰ ਕਰਨ ਵਾਸਤੇ। ਡਾਇਰੈਕਟ ਸਰਵਿਸ ਪ੍ਰੋਵਾਈਡਰ 501c3 ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸੀ, ਕੋਈ ਪੋਲੀਟੀਕਲ ਮੋਟਿਵ ਨਹੀਂ ਸੀ, ਨੈਵਰ ਕਿ ਮੈਂ ਪੋਲੀਟੀਕਲ ਆਫਿਸ ਲਈ ਰਨ ਕਰੂੰਗਾ, ਪਬਲਿਕ ਆਫਿਸ ਲਈ ਰਨ ਕਰੂੰਗਾ। ਉਹਦਾ ਨਾਮ ਸੀ ਸੇਫ ਸਾਊਥ ਏਸ਼ੀਅਨਸ ਫॉर ਐਮਪਾਵਰਮੈਂਟ ਦੇ ਨਾਮ ਨਾਲ। ਉਹਦੇ ਨਾਲ ਅਸੀਂ ਇੰਗਲਿਸ਼ ਸਪੀਕਿੰਗ ਕੋਰਸਿਸ ਲੈ ਕੇ ਆਏ, ਜਿਹੜੇ ਸਾਡੇ ਨਾਨ ਇੰਗਲਿਸ਼ ਸਪੀਕਿੰਗ ਪੀਪਲ ਸੀਗੇ। ਅਸੀਂ ਫਾਈਨੈਂਸ਼ੀਅਲ ਲਿਟਰੇਸੀ ਦੇ ਕੋਰਸਿਸ ਲੈ ਕੇ ਆਏ, ਡੋਮੈਸਟਿਕ ਵਾਇਲੈਂਸ ਨੂੰ ਅਸੀਂ ਰਿਪਰਜੈਂਟ ਕੀਤਾ। ਅਸੀਂ ਹਾਊ ਟੂ ਓਪਨ ਦਾ ਬੈਂਕ ਅਕਾਊਂਟ, ਕਿੱਦਾਂ ਬੈਂਕ ਅਕਾਊਂਟ ਓਪਨ ਹੋਣੇ ਚਾਹੀਦੇ ਨੇ, ਕਿਹੜੇ ਤੁਹਾਡੇ ਲਈ ਬੈਟਰ ਹੁੰਦੇ ਨੇ, ਕਿਸ ਤਰ੍ਹਾਂ ਕੰਮ ਕਰ ਸਕਦੇ ਹੋ। ਬਹੁਤ ਸਾਰੇ ਕੰਮ ਸੀ ਜਿਹੜੇ ਅਸੀਂ ਯੂਥ ਡਿਵੈਲਪਮੈਂਟ 'ਤੇ ਕੰਮ ਕੀਤੇ, ਯੂਥ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ। ਕਈ ਸਾਰੇ ਗੁਰੂ ਘਰਾਂ ਨੇ ਸਾਨੂੰ ਬੜਾ ਸਪੋਰਟ ਦਿੱਤਾ। ਮਤਲਬ ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈ, ਅਨਬਲੀਵੇਬਲ, ਜਦੋਂ ਵੀ ਅਸੀਂ ਇਹਨਾਂ ਕੋਲ ਜਾਂਦੇ ਹਾਂ, ਦੇ ਓਪਨ ਦੇਅਰ ਹਾਰਟਸ and anyone can come to us. We open our hearts because we are Punjabis. That is how we are. ਸੋ ਹੋਇਆ ਕਿ ਹੌਲੀ ਹੌਲੀ ਇਹ ਸਾਰਾ ਜਿਹੜਾ ਸਿਸਟਮ ਹੈ ਬਿਲਡਅਪ ਹੋਣਾ ਸ਼ੁਰੂ ਹੋਇਆ। ਨਿਊਯਾਰਕ ਸਿਟੀ ਸਾਡੀ ਸਾਊਥ ਏਸ਼ੀਅਨਸ ਆਫ ਐਮਪਾਵਰਮੈਂਟ ਨੂੰ ਸੇਫ ਦੇ ਨਾਮ ਨਾਲ ਜਾਣਦੀ ਹੈ। ਫਿਰ ਮੇਅਰ ਡੇ ਬਲਾਜ਼ੀਓ ਦੀ ਇਲੈਕਸ਼ਨ ਆਈ, ਅਤੇ ਮੈਨੂੰ ਯਾਦ ਹੈ ਕਿ ਮੇਅਰ ਡੇ ਬਲਾਜ਼ੀਓ ਦੇ ਹੀ ਕਿਸੇ ਬੰਦੇ ਨੇ ਸਾਨੂੰ ਕਿਹਾ ਕਿ ਯੂਅਰ ਕਮਿਊਨਿਟੀਜ਼ ਆਰ ਨਾਟ ਕਮਿੰਗ ਆਊਟ ਐਂਡ ਵੋਟ। ਤੁਸੀਂ 8% ਵੋਟਾਂ ਪਾਉਂਦੇ ਹੋ। ਸ਼ਾਇਦ ਇਹ ਗੱਲਾਂ ਮੈਂ ਹਮੇਸ਼ਾ ਡਿਸਕਸ ਕਰਦਾ ਰਿਹਾ। ਬਿਲਕੁਲ ਸਹੀ ਗੱਲ ਹੈ। ਅਤੇ ਮੈਂ ਮੇਕ ਸ਼ੋਰ ਕੀਤਾ ਕਿ ਉਹ ਸੇਮ ਇਲੈਕਸ਼ਨ ਇਨ 2013 ਕਿ ਸਾਡੀ ਕਮਿਊਨਿਟੀ ਆਵੇ, ਮੈਕਸੀਮਮ ਤਾਦਾਦ 'ਚ ਬਾਹਰ ਆ ਕੇ ਵੋਟਾਂ ਪਾਵੇ। ਮੈਂ ਬਹੁਤ ਕੋਸ਼ਿਸ਼ ਕੀਤੀ, ਮੇਰੇ ਨਾਲ ਹੋਰ ਬਹੁਤ ਸਾਰੇ ਲੋਕ ਹੈਲਪਿੰਗ ਹੈਂਡਸ ਹੋਏ, ਸਭ ਨੇ ਮਿਲ ਕੇ ਕੋਸ਼ਿਸ਼ ਕੀਤੀ ਅਸੀਂ ਸਾਰਿਆਂ ਨੇ, ਅਤੇ ਅਸੀਂ 13% ਦੀ ਵੋਟਿੰਗ ਰੇਸ਼ੋ 'ਚ ਕਾਊਂਟ ਹੋਏ।
ਆਫਟਰ ਦੈਟ ਇਲੈਕਸ਼ਨ। ਅਤੇ ਆਫਟਰ ਜਦੋਂ ਅਸੀਂ 13% ਦੀ ਵੋਟਿੰਗ 'ਚ ਕਾਊਂਟ ਹੋਏ ਅਤੇ ਸਾਰੇ ਇਲੈਕਟਡ ਅਫੀਸ਼ੀਅਲਸ ਜਿਹੜੇ ਨਿਊਯਾਰਕ ਸਿਟੀ ਦੇ ਇਵਨ ਸਟੇਟ ਦੇ ਸੀ, ਉਹ ਸਾਰੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਬੈਕ 'ਤੇ ਆ ਕੇ ਗੱਲ ਕਰਨੀ ਸ਼ੁਰੂ ਕਰਤੀ ਕਿ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਟੈਪ ਕਰੋ, ਬਿਕੋਜ਼ ਨਾਓ ਦਿਸ ਕਮਿਊਨਿਟੀ ਇਜ਼ ਵੇਕਿੰਗ ਅਪ। ਮੈਨੂੰ ਯਾਦ ਹੈ ਇੱਕ ਡਿਨਰ 'ਤੇ ਬੈਠਾ ਸੀ ਅਤੇ ਗੱਲ ਹੋ ਰਹੀ ਸੀ ਕਿ ਵੀ ਨੀਡ ਟੂ ਵੇਕ ਦਾ ਸਾਊਥ ਏਸ਼ੀਅਨ ਕਮਿਊਨਿਟੀ, ਐਂਡ ਆਈ ਟੈਲ ਦੈਮ ਐਗਜ਼ੈਕਟਲੀ, ਆਈ ਸੈਡ ਦਿਸ ਕਮਿਊਨਿਟੀ, ਯੂ ਨੋ, ਦਾ ਡੇ ਦਿਸ ਕਮਿਊਨਿਟੀ ਇਜ਼ ਗੋਇੰਗ ਟੂ ਵੇਕ ਅਪ, ਇਹਨਾਂ ਦਾ ਕਾਊਂਸਲ ਮੈਂਬਰ ਵੀ ਹੋਏਗਾ, ਇਹਨਾਂ ਦਾ ਸਟੇਟ ਅਸੈਂਬਲੀ ਮੈਨ ਵੀ ਹੋਏਗਾ, ਇਹਨਾਂ ਦਾ ਸਟੇਟ ਸੈਨੇਟ ਵੀ ਹੋਏਗਾ, ਇਹਨਾਂ ਦਾ ਸਭ ਕੁਝ ਹੋਏਗਾ, ਇਹਨਾਂ ਦੇ ਡਿਸਟ੍ਰਿਕਟ ਲੀਡਰਸ ਵੀ ਹੋਣਗੇ, ਕਿਉਂਕਿ ਦਿਸ ਕਮਿਊਨਿਟੀ ਇਜ਼ ਵੈਰੀ ਵੈਲ ਅਵੇਅਰ ਆਫ ਦਾ ਪੋਲੀਟਿਕਸ, ਬਟ ਦੇ ਆਰ ਨਾਟ ਦੈਟ ਅਵੇਅਰ ਇਨ ਅਮੈਰੀਕਨ ਪੋਲੀਟਿਕਸ, ਦੈਟ ਇਜ਼ ਵਾਟ ਦਾ ਮਿਸਿੰਗ ਪਾਰਟ ਇਜ਼। ਸੋ ਹੁਣ ਮੈਂ ਗੱਲ ਕਰਦਾ ਜੀ ਇਸ ਇਲੈਕਸ਼ਨ ਦੀ, ਡਿਸਟ੍ਰਿਕਟ 23 ਦੀ, ਕਿ ਮੈਂ ਕਿਉਂ ਆਪਣਾ ਬਿਜ਼ਨਸ ਸਟੇਕ 'ਤੇ ਲਗਾ ਕੇ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਕਿਤੇ ਇਸ ਦਾ ਕਾਰਨ ਇਹ ਨਹੀਂ ਸੀ ਕਿ ਅਸੀਂ ਇਲੈਕਸ਼ਨ ਵਾਲੇ ਜਾਂ ਵੋਟਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ, ਕਿ ਸਾਨੂੰ ਪਹਿਲੋਂ ਇੱਥੇ ਆ ਕੇ ਆਪਣੇ ਘਰ ਦਾ, ਆਪਣੇ ਬੱਚਿਆਂ ਦਾ ਜਾਂ ਖਰਚੇ ਦਾ ਜ਼ਿਆਦਾ ਹੁੰਦਾ ਸੀ ਕਿ ਅਸੀਂ ਪਹਿਲਾਂ ਆਪਣੇ ਘਰ ਨੂੰ ਕੋਈ ਸਟੈਬਲਿਸ਼ ਕਰ ਸਕੀਏ? ਕਿਤੇ ਇਹ ਕਾਰਨ ਤਾਂ ਨਹੀਂ ਸਾਡਾ, ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਕੁਝ ਹੋਇਆ ਪਰ ਇੱਥੇ ਨਹੀਂ ਹੋਇਆ, ਇਹਦਾ ਕਾਰਨ ਕਿਤੇ ਇਹ ਤਾਂ ਨਹੀਂ ਸੀ? ਆਈ ਐਮ ਦਾ ਫਸਟ ਜਨਰੇਸ਼ਨ। ਹੋਠੀ ਸਾਹਿਬ, ਯੂ ਆਰ 101% ਰਾਈਟ। ਤੁਸੀਂ ਯਕੀਨ ਕਰੋ, ਅਸੀਂ ਸਾਰੇ ਉਸੇ ਬੋਟ 'ਚ ਹਾਂ, ਸਾਰੇ, ਇਨਕਲੂਡਿੰਗ ਮੀ, ਇਨਕਲੂਡਿੰਗ ਯੂ, ਕਿ ਜਦੋਂ ਅਸੀਂ ਇਸ ਕੰਟਰੀ 'ਚ ਆਏ ਨਾ, ਅਸੀਂ ਫਿਊ ਮੰਥਸ ਦੇ ਵਿੱਚ ਭੁੱਲ ਗਏ ਕਿ ਇਲੈਕਟ੍ਰਿਸਿਟੀ ਦਾ ਬਟਨ ਹੈ ਨਾ ਜਿਹੜਾ, ਉਹ ਨੀਚੇ ਨੂੰ ਔਨ ਕਰਨਾ ਹੈ ਜਾਂ ਉੱਪਰ ਨੂੰ ਔਨ ਕਰਨਾ ਹੈ। ਹੁਣ ਤੁਸੀਂ ਇੰਡੀਆ ਜਾਂਦੇ ਹੋ ਨਾ, ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਕਿ ਬਟਨ ਨੀਚੇ ਨੂੰ ਔਨ ਹੋਣਗੇ ਜਾਂ ਉੱਪਰ ਨੂੰ ਹੋਣ। ਰੀਜ਼ਨ ਕੀ ਹੈ? ਸਾਡੇ 'ਤੇ ਪ੍ਰੈਸ਼ਰ ਇੰਨਾ ਸੀ ਜਦੋਂ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਆਏ, ਫਸਟ ਜਨਰੇਸ਼ਨ ਨਾ, ਸਾਡੇ 'ਤੇ ਪਿਛਲਾ ਵੀ ਪ੍ਰੈਸ਼ਰ ਸੀ, ਪਲੱਸ ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ, ਅਸੀਂ ਆਪਣੀ ਫੈਮਲੀਜ਼ ਨੂੰ ਐਸਟੈਬਲਿਸ਼ ਕਰਨਾ ਸੀ, ਅਸੀਂ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਸੀ, ਅਸੀਂ ਬੱਚਿਆਂ ਦੀ ਐਜੂਕੇਸ਼ਨ ਨੂੰ ਐਸਟੈਬਲਿਸ਼ ਕਰਨਾ ਸੀ। ਐਜ਼ ਏ ਇੰਜੀਨੀਅਰਿੰਗ ਬੈਕਗਰਾਊਂਡ, ਵੈਨ ਆਈ ਕੇਮ ਇਨ ਦਿਸ ਕੰਟਰੀ, ਆਈ ਫੀਲ ਦਾ ਸੇਮ ਵੇ, ਆਈ ਸਟਰਗਲ ਸੇਮ ਵੇ। ਹੁਣ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰ ਰਿਹਾ ਸੀ ਡਿਸਟ੍ਰਿਕਟ 23 ਦੀ, ਉਹ ਡਿਸਟ੍ਰਿਕਟ 23 ਦੀ ਗੱਲ ਇਹ ਹੋਈ ਕਿ ਜਦੋਂ ਮੈਂ ਆਇਆ, ਲੈਂਡ ਕੀਤਾ 2003, ਜੁਲਾਈ 30th 2003, ਦੈਟ ਇਜ਼ ਐਗਜ਼ੈਕਟ ਡੇਟ ਆਈ ਡੂ ਰਿਮੈਂਬਰ। ਮੈਂ ਲੈਂਡ ਕਰ ਰਿਹਾ ਸੀ, ਮੇਰੀ ਵਾਈਫ ਮੇਰੇ ਨਾਲ ਸੀਗੀ, ਅਤੇ ਉਸ ਦਿਨ ਉਸਦਾ ਬਰਥਡੇ ਵੀ ਸੀ, ਫੋਰਚੂਨੇਟ ਐਨਫ, ਰਾਈਟ। ਸੋ ਮੈਨੂੰ ਮੇਰੀ ਵਾਈਫ ਕਹਿ ਰਹੀ ਸੀ ਕਿ ਡੈਡੀ ਕੰਮ 'ਤੇ ਗਏ ਹੋਏ ਹੋਣਗੇ, ਮੇਰੇ ਫਾਦਰ ਇਨ ਲਾਅ। ਅਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ, ਇਟਸ ਓਕੇ, ਆਈ ਡੋਂਟ ਨੋ ਹਾਊ ਦਿਸ ਕੰਟਰੀ ਵਰਕਸ। ਅਤੇ ਮੈਨੂੰ ਉੱਪਰੋਂ ਪਲੇਨ 'ਚੋਂ ਦਿਖਾ ਰਹੀ ਸੀ ਕਿ ਦਿਸ ਇਜ਼ ਮਨਹਾਟਨ ਸਿਟੀ ਵੇਅਰ ਹਰ ਡੈਡ ਵਰਕਸ, ਰਾਈਟ, ਬਿਕੋਜ਼ ਹੀ ਇਜ਼ ਏ ਯੈਲੋ ਕੈਬ ਮੈਡਾਲੀਅਨ ਓਨਰ ਐਂਡ ਆਪਰੇਟਰ। ਸੋ ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿੱਥੇ ਉਤਰ ਰਿਹਾ, ਕਿਸ ਕੰਟਰੀ 'ਚ ਉਤਰ ਰਿਹਾ। ਸੋ ਇਹ ਜਰਨੀ ਉਦੋਂ ਤੋਂ ਸ਼ੁਰੂ ਹੋਈ ਸੀ ਅਤੇ ਹੌਲੀ ਹੌਲੀ ਆਉਂਦੇ ਆਉਂਦੇ ਉਰੇ ਤੱਕ ਆ ਗਈ ਹੈ। ਹੁਣ ਤੁਸੀਂ ਜਿਹੜਾ ਕੁਐਸਚਨ ਸੀਗਾ ਕਿ ਮੈਂ ਆਪਣਾ ਬਿਜ਼ਨਸ ਸਟੇਕ 'ਤੇ ਲਗਾ ਕੇ ਇਸ ਇੰਡਸਟਰੀ ਕੰਨੀ ਨੂੰ ਕਿਉਂ ਆਇਆ, ਪੋਲੀਟਿਕਸ 'ਚ ਕਿਉਂ ਐਂਟਰ ਕੀਤਾ? ਆਈ ਡੋਂਟ ਵਾਂਟ ਟੂ ਰਨ ਜੀ, ਨੈਵਰ ਇਨ ਮਾਈ ਲਾਈਫ। ਦੈਟ ਇਜ਼ ਵਾਟ ਆਈ ਡਿਸਾਈਡਡ ਵੈਨ ਆਈ ਕੇਮ ਇਨ ਦਿਸ ਕੰਟਰੀ। ਮਾਈ ਫਾਦਰ ਟੁੱਕ ਮੀ ਅ ਪ੍ਰੋਮਿਸ ਔਨ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਕਿ ਤੂੰ ਉੱਥੇ ਪੋਲੀਟਿਕਸ 'ਚ ਜਾ ਕੇ ਇਨਵੋਲਵ ਨਹੀਂ ਹੋਏਗਾ, ਬਿਕੋਜ਼ ਆਵਰ ਹੋਲ ਫੈਮਿਲੀ ਇਜ਼ ਇਨ ਦਾ ਪੋਲੀਟਿਕਸ ਐਂਡ ਬੈਕ ਹੋਮ। ਬਟ ਮੈਨੇ ਹੁਣ ਇੱਥੇ ਹੀ ਰਹਿਣਾ, ਬੱਚਿਆਂ ਨੇ ਇੱਥੇ ਹੀ ਰਹਿਣਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਵੀ ਜੇ ਮੈਂ ਜਾਣਾ ਵੀ ਵਾਪਸ ਚਾਹਾਂ ਤਾਂ ਅਸੀਂ ਜਾ ਨਹੀਂ ਸਕਦੇ। ਇਹ ਜਰਨੀ ਨਾ ਜਿਹੜੀ ਡਿਸਟ੍ਰਿਕਟ 23 ਦੀ ਸ਼ੁਰੂ ਹੋਈ, ਇਹ ਅੱਜ ਦੀ ਸ਼ੁਰੂ ਹੋਈ ਨਹੀਂ ਹੋਈ, ਇਹ 2015 ਦੀ ਸ਼ੁਰੂ ਹੋਈ ਸੀ ਬੇਸਿਕਲੀ, ਅਤੇ ਉਸ ਤੋਂ ਵੀ ਪਹਿਲਾਂ ਦੀ 2015 'ਚ। ਹਾਂ, ਥੋੜ੍ਹਾ ਜਿਹਾ ਸਾਡਾ ਸਾਊਥ ਏਸ਼ੀਅਨ ਕੈਂਡੀਡੇਟ ਅਸੀਂ ਰਨ ਕੀਤੇ ਸੀ 4-5, ਪਰ ਜਦੋਂ ਇਸ ਵਾਰੀ ਦਾ ਟਾਈਮ ਆਇਆ, ਜਦੋਂ ਬੈਰੀ ਗੁਡਨਜ਼ਿਕ ਸਾਹਿਬ ਨੇ ਡਿਸਾਈਡ ਕੀਤਾ ਕਿ ਉਹ ਨਹੀਂ ਰਨ ਕਰਨਗੇ, ਮੈਂ ਉਦੋਂ ਪਹਿਲਾਂ ਡਿਸਾਈਡ ਕੀਤਾ ਸੀਗਾ, ਜਾਂ ਸਾਡੀ ਕਮਿਊਨਿਟੀ ਨੇ ਡਿਸਾਈਡ ਕੀਤਾ ਸੀ ਕਿ ਸਾਡਾ ਕੈਂਡੀਡੇਟ ਸੰਜੀਵ ਜਿੰਦਲ ਰਨ ਕਰੂਗਾ ਟੂ ਚੈਲੰਜ ਬੈਰੀ ਗੁਡਨਜ਼ਿਕ। ਇਟਸ ਨਾਟ ਦੈਟ ਕਿ ਅਸੀਂ ਉਹਦੇ ਅਗੇਂਸਟ ਜਾਣਾ ਸੀ, ਬਟ ਵੀ ਆਰ ਲੁਕਿੰਗ ਅਵਰ ਫੇਅਰ ਸ਼ੇਅਰ। ਬਟ ਦ ਡੇ ਆਈ ਡਿਸਾਈਡਡ ਔਰ ਮਾਈ ਕਮਿਊਨਿਟੀ ਇਜ਼ ਡਿਸਾਈਡਡ ਟੂ ਰਨ ਫॉर this seat, because they put me the pressure. They said you are always standing on the back end, you are supporting everyone like Congressman Gregory Meeks, you know, Adrian Adams, Jennifer Rajkumar, Anna Kaplan. They said you know the system, why not you run? You can represent us, you are a very well educated engineer guy, you know the back end of the system, why not you run? And I told every time, I said I have a business, I am a very well established my business, I find my American dream, please don't put me in this system, so I'm not going to be fit. They said no, you are the fittest one. The reason is because you have the voice, you know how the things are getting done, you are a small business owner, you know what is the problem of the small business, you are struggling with the safety of the people, you know what the safety mean is. So that is why community decided, and when the day they decided, believe it or not, I have to share that one, the day they decided that you are going to run, and I tell them very honestly up front on the month of September, I said give me few days, let me bear that pressure.
if I am able to bear, then only I can go and represent you. So I'd come home. I did not even discuss with my wife on that day, and I'm very restless whole night. The next morning I wake up, my wife asked me, she said, what happened? What wrong with you today? I said, this is what happened last night. All the community is saying that you got to run. She said, then what is the problem? If you are going to be in that much pressure, don't run. I said, okay, no problem. Give me few hours. I took shower. I do my prayers and everything. Then I decided, it comes from my heart that if community is saying that, then definitely we need to go forward and represent our community. ਸੋ ਦਰਸ਼ਕੋ, ਇੱਥੇ ਟਾਈਮ ਹੋ ਗਿਆ ਇੱਕ ਬ੍ਰੇਕ ਦਾ, ਔਰ ਬਹੁਤ ਸਾਰੇ ਹੱਲੇ ਗੱਲਾਂ ਸੰਜੀਵ ਜਿੰਦਲ ਦੀ ਜੋ ਪੁੱਛਣ ਵਾਲੀਆਂ ਨੇ, ਹੁਣੇ ਵਾਪਸ ਆ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਸੀਂ ਡਿਸਟ੍ਰਿਕਟ 23 ਦੀ ਇਲੈਕਸ਼ਨ ਦੇ ਬਾਰੇ ਸੰਜੀਵ ਜਿੰਦਲ ਜੀ ਨਾਲ ਗੱਲ ਕਰ ਰਹੇ ਹਾਂ। ਸੰਜੀਵ ਜੀ, ਤੁਹਾਡਾ ਵਾਪਸ ਸਵਾਗਤ ਹੈ। ਮੈਨੂੰ ਇਹ ਦੱਸੋ ਕਿ ਮੇਨ ਇਸ ਡਿਸਟ੍ਰਿਕਟ ਦੇ ਮੁੱਦੇ ਕੀ ਹੈ, ਜਿਹੜੀਆਂ ਲੋਕਾਂ ਦੀਆਂ ਤੁਸੀਂ ਭਾਵਨਾਵਾਂ ਲੱਭ ਕੇ ਲੋੜਾਂ ਲੱਭੀਆਂ, ਕੀ ਆ? ਇਸ ਡਿਸਟ੍ਰਿਕਟ 'ਚ ਬਹੁਤ ਸਾਰੇ ਮੁੱਦੇ ਨੇ ਜੀ। ਵੀ ਆਰ ਔਨ ਦਾ ਈਸਟ ਐਂਡ ਆਫ ਦਾ ਸਿਟੀ ਜੀ। ਜਦੋਂ ਅਸੀਂ ਈਸਟ ਐਂਡ 'ਤੇ ਆਉਂਦੇ ਹਾਂ, ਅਤੇ ਤੁਸੀਂ ਦੇਖੋ ਕਿ ਜਿਹੜੀ ਪਬਲਿਕ ਟਰਾਂਸਪੋਰਟ ਹੈ ਨਾ, ਘੱਟ ਜਾਂਦੀ ਹੈ। ਅਤੇ ਅਸੀਂ ਮੈਟਰੋਪੋਲੀਟਨ 'ਚ ਰਹਿੰਦੇ ਹਾਂ, ਪਰ ਅਸੀਂ ਮੈਟਰੋਪੋਲੀਟਨ ਦੀਆਂ ਫੈਸਿਲਿਟੀਜ਼ ਦਾ ਫਾਇਦਾ ਨਹੀਂ ਲੈ ਸਕਦੇ। ਸਾਡੇ ਕੋਲ ਸਬਵੇ ਸਿਸਟਮ ਨਹੀਂ ਆਉਂਦਾ ਇੱਥੇ ਤੱਕ। ਸਾਡੇ ਕੋਲ ਬੱਸ ਰਾਊਟਸ ਨੇਗੇ। Q46 ਹੈਗੀ ਹੈ, Q43 ਹੈਗੀ ਹੈ, ਜਾਂ N22 ਚੱਲਦੀ ਹੈ, ਜਾਂ N24 ਚੱਲਦੀ ਹੈ। ਠੀਕ ਹੈ, ਡਿਫਰੈਂਟ ਬੱਸਿਸ ਚੱਲਦੀਆਂ ਨੇ। ਪਰ ਜੇ ਤੁਸੀਂ ਦੇਖੋਗੇ ਨਾ ਜੀ, ਅਤੇ ਜਿਹੜੇ ਬੱਸ ਦੀ ਫਰੀਕੁਐਂਸੀ ਹੈਗੀ ਹੈ ਬਹੁਤ ਲੋ ਹੈ। ਸਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਹੈ ਕਿ ਜਿਹੜੇ ਸਾਡੇ ਲੋਕ, ਸਾਡੀ ਕਮਿਊਨਿਟੀ ਜਿਹੜੀ ਮਨਹਾਟਨ ਜਾ ਕੇ ਜੋਬਾਂ ਕਰਦੀ ਹੈ, ਇੱਦਾਂ ਦੇ ਬੱਸਿਸ X65 ਹੈਗੀ ਹੈ, X63 ਹੈਗੀ ਹੈ, ਜਿਹੜੀ ਮਨਹਾਟਨ ਨੂੰ ਸਰਵਿਸ, ਡਾਇਰੈਕਟ ਸਰਵਿਸ ਹੈਗੀ ਹੈ, ਉਹ ਮਨਹਾਟਨ ਤੱਕ ਜਾਂਦੀ ਹੈ। ਪਰ ਸਾਨੂੰ ਚਾਹੀਦਾ ਕਿ ਜਿਹੜੀਆਂ ਉਹ ਫਰੀਕੁਐਂਟ ਸਰਵਿਸਿਜ਼ ਨੇ ਟੂਵਰਡਸ ਮਨਹਾਟਨ, ਉਹ ਇੱਥੋਂ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਸਰਵ ਵੈਲ ਹੋ ਸਕੇ। ਪਹਿਲੀ ਗੱਲ, ਇਹ ਤਾਂ ਸਿਰਫ ਇੱਕ ਇੰਡਸਟਰੀ ਦੀ ਜਾਂ ਇੱਕ ਲਾਈਨ ਦੀ ਗੱਲ ਕਰਦਾ। ਮੈਂ ਇੰਜੀਨੀਅਰਿੰਗ ਬੈਕਗਰਾਊਂਡ ਤੋਂ ਆਉਂਦਾ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਮੇਰੀ ਜਿਹੜੀ ਇੰਜੀਨੀਅਰਿੰਗ ਬੈਕਗਰਾਊਂਡ ਹੈ ਉਹ ਟਾਊਨ ਐਂਡ ਕੰਟਰੀ ਪਲੈਨਿੰਗ ਦੀ ਹੈ, ਨੇਬਰਹੁੱਡ ਪਲੈਨਿੰਗ ਦੀ, ਸਿਟੀ ਪਲੈਨਰ ਦੀ। ਮਤਲਬ ਜਦੋਂ ਅਸੀਂ ਸਿਟੀ ਡਿਜ਼ਾਈਨ ਕਰਦੇ ਹਾਂ, ਵੀ ਨੀਡ ਟੂ ਮੇਕ ਸ਼ੋਰ ਕਿ ਕੀ ਫੈਸਿਲਿਟੀਜ਼, ਕੀ ਅਮੈਨਿਟੀਜ਼ ਹੋਣੀਆਂ ਚਾਹੀਦੀਆਂ, ਕੀ ਹੋਣੀਆਂ, ਕਿੱਦਾਂ ਹੋਣੀਆਂ ਚਾਹੀਦੀਆਂ ਨੇ, ਅਤੇ ਕਿੰਨਾ ਪ੍ਰੈਸ਼ਰ ਹੋਣਾ ਚਾਹੀਦਾ ਉਹਨਾਂ ਚੀਜ਼ਾਂ ਦੇ ਉੱਪਰ, ਹੈ ਨਾ। ਫਿਰ ਜਿਹੜਾ ਸਭ ਤੋਂ ਮੁੱਦਾ ਜਿਹੜਾ ਸਾਡਾ ਮੇਨ ਹੈਗਾ, ਜਿਸ 'ਤੇ ਮੈਂ ਫਾਈਟ ਕਰ ਰਿਹਾ, I am a registered Democrat by heart. You know that, right? I am since working when the day I am here. I know कि पब्लिक ਦੀਆਂ ਪ੍ਰੋਬਲਮਸ ਕੀ ਨੇਗੀਆਂ। ਸਾਨੂੰ ਸੇਫਟੀ ਹੈ ਨਾ ਜਿਹੜੀ, ਜਿਸ ਦਿਨ ਮੈਂ ਇਸ ਕੰਟਰੀ 'ਚ ਲੈਂਡ ਕੀਤਾ ਸੀ, I make sure I am safe. And my parents make sure that I will save there. ਰੀਜ਼ਨ ਇਜ਼ ਕਿ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਬਹੁਤ ਕਰਦੇ ਹਾਂ। ਠੀਕ ਹੈ, ਮੈਂ ਵੀ ਚਾਹੁੰਦਾ ਮੇਰੇ ਬੱਚੇ ਸੇਫ ਰਹਿਣ। ਤਾਂ ਸੇਫਟੀ ਹੈ ਨਾ ਜੀ ਜਿਹੜਾ, ਉਹ ਸਭ ਤੋਂ ਅਹਿਮ ਮੁੱਦਾ ਹੈ ਮੇਰਾ। ਮੈਂ ਹਮੇਸ਼ਾ, ਅੱਜ ਦਾ ਨਹੀਂ, ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ, ਜਦੋਂ ਦਾ ਡਿਸਟ੍ਰਿਕਟ 23 ਦੇ ਵਿੱਚ ਇੱਕ ਨਵਾਂ ਪ੍ਰੀਸੈਂਟ ਪਲਾਨ ਹੋਇਆ ਸੀ, ਠੀਕ ਹੈ, 116 ਪ੍ਰੀਸੈਂਟ ਲੋਰੈਂਟਨ 'ਚ ਪਲਾਨ ਹੋਇਆ ਸੀ, ਉਦੋਂ ਕਿਸੇ ਨੇ ਇਸ ਬਾਰੇ ਆਵਾਜ਼ ਨਹੀਂ ਉਠਾਈ ਸੀ। ਆਈ ਐਮ ਦਾ ਓਨਲੀ ਵਨ ਜਿਹਨੇ ਕਿਹਾ ਸੀ ਕਿ ਇਹ ਪ੍ਰੀਸੈਂਟ ਵਾਪਸ ਆਉਣਾ ਚਾਹੀਦਾ। ਅਤੇ ਸਾਡੇ ਮੇਅਰ ਡੇ ਬਲਾਜ਼ੀਓ ਅਤੇ ਕੈਰੀ ਜੌਨਸਨ ਜਿਹੜੇ ਸਾਡੇ ਸਪੀਕਰ ਸੀ, $70 ਮਿਲੀਅਨ ਦੀ ਫੰਡਿੰਗ ਉਹਨਾਂ ਨੇ ਮੂਵ ਕਰ ਦਿੱਤੀ ਸੀ ਪਾਰਕਸ ਡਿਪਾਰਟਮੈਂਟ ਨੂੰ, ਟੂ ਸੇ ਦੈਟ ਕਿ ਸਾਨੂੰ ਪ੍ਰੀਸੈਂਟ ਦੀ ਲੋੜ ਨਹੀਂ। ਪਰ 105 ਪ੍ਰੀਸੈਂਟ, ਆਈ ਐਮ ਏ ਬਿਗ ਫੇਵਰ ਆਫ ਦੈਟ ਵਨ। ਆਈ ਐਮ ਆਲਵੇਜ਼ ਸੇਇੰਗ ਦੈਟ ਦ ਵਿਦਾਊਟ ਪੁਲਿਸ ਵੀ ਆਰ ਨਥਿੰਗ, ਵਿਦਾਊਟ ਸੇਫਟੀ ਵੀ ਆਰ ਨਥਿੰਗ। ਬਿਕੋਜ਼ ਜੇ ਤੁਸੀਂ ਪੈਸਾ ਵੀ ਬਣਾਓਗੇ ਨਾ, ਬਿਜ਼ਨਸ ਓਪਨ ਕਰ ਲਓਗੇ, ਮਲਟੀ ਮਿਲੀਅਨਰ ਹੋ ਵੀ ਜਾਓਗੇ, ਜੇ ਸੇਫਟੀ ਨਹੀਂ, ਦੈਨ ਵਟ ਯੂ ਆਰ ਗੋਇੰਗ ਟੂ ਡੂ ਵਿਦ ਦੈਟ ਵਨ, ਰਾਈਟ? ਇਫ ਪੁਲਿਸ ਇਜ਼ ਨਾਟ ਦੇਅਰ ਟੂ ਪ੍ਰੋਟੈਕਟ ਯੂ, ਦੈਨ ਯੂ ਆਰ ਨੋਵੇਅਰ ਬੇਸਿਕਲੀ। ਤੁਹਾਨੂੰ ਕੋਈ ਸਟੈਬ ਕਰ ਰਿਹਾ ਹੋਵੇ, ਠੀਕ ਹੈ, ਤਾਂ ਸੋਸ਼ਲ ਪੁਲਿਸ ਆ ਕੇ ਤਾਂ ਨਹੀਂ ਨਾ ਦੇਖੇਗੀ। ਸੋਸ਼ਲ ਪੁਲਿਸ ਦਾ ਮਤਲਬ ਗੁਆਂਢੀਆਂ ਦੀ ਗੱਲ ਕਰਦਾ ਮੈਂ, ਕਿ ਸੋਸ਼ਲ ਕੋਈ ਵੀ ਨਹੀਂ ਬਚਾਉਂਦਾ, ਸਾਰੇ ਜਣੇ ਆਪਣੇ ਦਰਵਾਜ਼ੇ ਬੰਦ ਕਰਕੇ ਘਰੇ ਚਲੇ ਜਾਂਦੇ ਨੇ। ਓਨਲੀ ਪੁਲਿਸ ਇਜ਼ ਦਾ ਵਨ ਪੁੱਟ ਦਾ ਲਾਈਫ ਔਨ ਦਾ ਸਟੇਕ ਐਂਡ ਪ੍ਰੋਟੈਕਟ ਯੂ। ਦੈਟ ਇਜ਼ ਵਟ ਦੇਅਰ ਪਾਵਰ ਇਜ਼, ਰਾਈਟ? 116 ਪ੍ਰੀਸੈਂਟ, ਮੈਂ ਪਿਛਲੇ 4 ਸਾਲਾਂ ਤੋਂ ਐਡਵੋਕੇਟ ਸੀਗਾ ਉਹਦਾ ਜੀ, ਅਤੇ ਫਾਈਨਲੀ ਨਾਓ 116 ਪ੍ਰੀਸੈਂਟ। ਸਾਡੇ ਮੇਅਰ ਡੇ ਬਲਾਜ਼ੀਓ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਵੀ ਆਰ ਪੁਟਿੰਗ ਦੈਟ 116 ਪ੍ਰੀਸੈਂਟ ਬੈਕ ਵਿਦ $92 ਮਿਲੀਅਨ ਫੰਡਿੰਗ। ਪਰ ਮੈਂ ਇਹ ਦੱਸਣਾ ਚਾਹੁੰਦਾ, ਜਿਹੜੀ ਸਾਡੀ ਕਮਿਊਨਿਟੀ ਦੀ ਇਸ਼ੂ ਸੀਗਾ ਕਿ ਜਿਹੜਾ 105 ਪ੍ਰੀਸੈਂਟ ਹੈ, ਉਹਦਾ ਰਿਸਪੌਂਸ ਟਾਈਮ ਹੈ ਜਿਹੜਾ, ਉਹ ਬਹੁਤ ਜ਼ਿਆਦਾ ਲੰਮਾ ਹੈ, ਲੇਟ ਕਰਦੇ ਨੇ। ਦੂਰ ਹੀ ਬਹੁਤ ਹੈ, ਦੂਰ ਵੀ ਹੈ। ਅਤੇ ਰੀਜ਼ਨ ਕੀ ਸੀ ਕਿ ਲੈਂਗਡੇਲ ਐਂਡ ਯੂਨੀਅਨ ਟਰਨਪਾਈਕ ਤੋਂ ਲੈ ਕੇ ਆਲ ਦਾ ਵੇ ਅਪ ਟੂ JFK ਤੱਕ ਦਾ ਏਰੀਆ ਸੀ, ਉਹਨਾਂ ਦਾ ਕਸੂਰ ਨਹੀਂ ਸੀ। ਲੈਕ ਆਫ ਸਰਵਿਸ, ਲੈਕ ਆਫ police officers, there is so much things that we need to understand that. So
ਇਹ ਮੰਨਿਆ ਜਾਂਦਾ ਕਿ ਸਭ ਤੋਂ ਵੱਡਾ ਜਿਹੜਾ 105% ਦਾ ਏਰੀਆ ਹੈ ਉਹ ਸਭ ਤੋਂ ਵੱਡਾ ਏਰੀਆ ਸੀ ਨਾਓ ਦ ਡੇ ਦਾ 116% is going to be restored back so we can see that there is going to be more police patrolling is going to be there is going to be more officers are going to be on the roads to make sure that our neighborhood are going to be safe ਅਸੀਂ ਉਹੀ ਲੋਕ ਹਾਂ ਮੈਨੂੰ ਕਹਿਣ 'ਚ ਕੋਈ ਮੈਂ ਪੋਲੀਟੀਸ਼ੀਅਨ ਨਹੀਂ ਮੈਂ ਅਗੇਨ ਆਈ ਰਿਪੀਟ ਕਿ ਆਮ ਨਾਟ ਏ ਪੋਲੀਟੀਸ਼ੀਅਨ ਮੈਨੂੰ ਕਹਿਣ 'ਚ ਕੋਈ ਸ਼ਰਮ ਜਾਂ ਮੈਨੂੰ ਹਿਚਕਿਚਾਹਟ ਨਹੀਂ ਅਸੀਂ ਉਹੀ ਲੋਕ ਹਾਂ ਇੱਥੇ ਤਾਂ ਅਸੀਂ ਰੈੱਡ ਲਾਈਟ 'ਤੇ ਰੁਕਦੇ ਹਾਂ ਪਰ ਜਦੋਂ ਅਸੀਂ ਆਪਣੇ ਨੇਟਿਵ ਕੰਟਰੀਜ਼ 'ਚ ਜਾਂਦੇ ਹਾਂ ਉੱਥੇ ਅਸੀਂ ਰੈੱਡ ਲਾਈਟ 'ਤੇ ਕਿਉਂ ਨਹੀਂ ਰੁਕਦੇ ਰੀਜ਼ਨ ਬੀਇੰਗ ਕਿ ਸਾਡੇ ਇੱਥੇ ਡੰਡਾ ਹੈ ਸਾਨੂੰ ਮੇਕ ਸ਼ੋਰ ਕਰਨਾ ਪੈਂਦਾ ਹੈ ਕਿ ਕੋਈ ਪੁਲਿਸ ਆਫੀਸਰ ਸਾਨੂੰ ਰੋਕ ਲੂਗਾ ਸਾਨੂੰ ਟਿਕਟ ਮਿਲ ਜੇਗੀ 100 200 300 ਡਾਲਰ ਦੀ ਟਿਕਟ ਮਿਲੇਗੀ ਨਾਲ 2-3-4 ਪੁਆਇੰਟ ਲੱਗਣਗੇ ਸੋ ਵੀ ਨੀਡ ਟੂ ਮੇਕ ਸ਼ੋਰ ਆਵਰ ਪੁਲਿਸ ਆਰ ਦੇਅਰ ਟੂ ਪ੍ਰੋਟੈਕਟ ਅਸ ਜੇ ਕੋਈ ਡਰਾਈਵ ਤੇਜ਼ ਕਰ ਰਿਹਾ ਇਟਸ ਅ ਕਿਲਿੰਗ ਵੈਨ it's a killing machine basically if you are driving fast it's a killing machine you know we need to make sure that we are protected when somebody is behind the wheel we need to make sure that is why zero vision comes up in New York City ਇਹ ਪਹਿਲਾ ਏਜੰਡਾ ਹੈ ਜੀ ਸੈਕੰਡ ਏਜੰਡਾ ਕਮਿੰਗ ਫਰਮ ਅਗੇਨ ਇੰਜੀਨੀਅਰਿੰਗ ਬੈਕਗਰਾਊਂਡ I will make sure ਜਿਹੜੀ ਸਾਡੀ ਟੈਕਨੋਲੋਜੀ ਹੈ technology is replacing so many jobs every single day right ਖਾਸ ਤੌਰ ਤੇ ਟੈਕਸੀ ਇੰਡਸਟਰੀ everything share ride yes absolutely technical share ride ਤੁਸੀਂ ਕਹਿ ਸਕਦੇ ਹੋ agreed but on the other end we are going to eliminate that one no absolutely not technology is going to grow every day so we cannot blame the technology right now what we need to do we need to make sure that we are going to become out of this system better and stronger how we are going to do that another ਜਿਹੜੀ ਗੱਲ ਕਰਨ ਲੱਗੇ ਹਾਂ ਹੁਣ ਇਹਦੇ ਵਾਸਤੇ ਸਾਨੂੰ ਮੇਕ ਸ਼ੋਰ ਕਰਨਾ ਪਊਗਾ ਜਿਹੜੇ ਸਾਡੇ ਬੱਚੇ ਨੇ ਠੀਕ ਹੈ ਉਹ ਟੈਕਨੀਕਲੀ ਸਟਰੋਂਗ ਹੋਣ ਆਈ ਅੰਡਰਸਟੈਂਡ ਦੇਰ ਇਜ਼ ਅ ਕੰਪਿਊਟਰ ਕਲਾਸਿਸ ਇਨ ਦਾ ਐਲੀਮੈਂਟਰੀ ਸਕੂਲ ਬਟ ਵੀ ਨੀਡ ਟੂ ਮੇਕ ਸ਼ੋਰ ਦੈਟ ਇਟ ਹੈਜ਼ ਟੂ ਬੀ ਔਨ ਦਾ ਟੈਕਨੀਕਲ ਐਂਡ ਵੀ ਨੀਡ ਟੂ ਮੇਕ ਸ਼ੋਰ ਦੈਟ ਇਟ ਹੈਜ਼ ਟੂ ਬੀ ਅ ਕੰਪਲਸਰੀ ਸਬਜੈਕਟ ਥਰੂ ਆਊਟ ਟੂ ਅਪ ਟੂ ਦਾ ਹਾਈ ਸਕੂਲ ਸਟਾਰਟਿੰਗ ਫਰੋਮ ਦ ਐਲੀਮੈਂਟਰੀ ਸਕੂਲ ਸੋ ਅਸੀਂ ਆਪਣੇ ਬੱਚਿਆਂ ਨੂੰ ਟੈਕਨੀਕਲੀ ਐਜੂਕੇਟ ਕਰ ਸਕੀਏ ਟੈਕਨੀਕਲੀ ਐਮਪਾਵਰ ਕਰ ਸਕੀਏ ਵਰਕਸ਼ਾਪ ਸੈਸ਼ਨਸ ਲਗਾਈਏ ਉਹਨਾਂ ਨੂੰ ਜਿਹੜੀਆਂ ਸਕਿਲਡ ਟ੍ਰੇਡ ਵਰਕਿੰਗਸ ਜੌਬਸ ਹੈਗੀਆਂ ਨੇ ਉਹਨਾਂ ਕੰਨੀ ਮੋਟੀਵੇਟ ਕਰਕੇ ਮੇਕ ਸ਼ੋਰ ਕਰੀਏ ਉਹ ਅੰਡਰਸਟੈਂਡ ਕਰਨ ਤੁਹਾਡੇ ਕੋਲੇ ਐਪਸ ਨੇ ਫੋਨ ਦੇ ਉੱਪਰ ਤੁਸੀਂ ਐਪ 'ਤੇ ਫੋਨ ਸਮਾਨ ਆਰਡਰ ਕਰ ਦਿਓ ਘਰੇ ਆ ਜਾਂਦਾ ਹੈ ਐਗਰੀਡ ਹੁਣ ਜਦੋਂ ਸਮਾਨ ਘਰੇ ਆ ਜਾਂਦਾ ਵਟ ਹੈਪਨ ਵਾਸ ਗੋਇੰਗ ਟੂ ਬੀ ਹੈਪਨ ਵਿਦ ਦਾ ਸਮਾਲ ਬਿਜ਼ਨਸ ਔਨ ਦ ਰਿਟੇਲ ਐਂਡ ਆਵਰ ਨੇਬਰਹੁੱਡ ਸਟੋਰਸ ਦੇ ਆਰ ਗੋਇੰਗ ਆਊਟ ਆਫ ਬਿਜ਼ਨਸ ਉਹ ਸਾਡੀ ਬੈਕਬੋਨ ਆਫ ਅਮੈਰੀਕਾ ਮੇਨ ਸਟਰੀਟ ਅਮੈਰੀਕਾ ਸਾਡੀ ਬਿਊਟੀ ਹੈ ਅਮੈਰੀਕਾ ਦੀ ਮੇਨ ਸਟਰੀਟ ਅਮੈਰੀਕਾ ਦੀ 99 ਸੈਂਟ ਸਟੋਰਸ ਨੇ ਫਲਾਵਰ ਸ਼ਾਪਸ ਨੇ ਬੇਗਲ ਸ਼ਾਪਸ ਨੇ ਇਟਸ ਅ ਬਿਊਟੀ ਛੋਟੇ ਸਟੋਰ ਜਿਹੜੇ ਤੇ ਬਿਕੋਜ਼ ਆਫ ਪੈਂਡੈਮਿਕ that is also going out of business there is so much stuff happen during the pandemic right so tenants are unable to pay the mortgage or the rent the reason is because the customer is not coming in we need to bring a comprehensive reform bill for our small business also we need to make sure they can get the loan on very little rate of interest or we need to give them the grants or something like that ਬੜੇ ਸਾਰੇ ਮੁੱਦੇ ਨੇ ਸਰ ਜਿਹੜੇ ਸਾਨੂੰ ਐਡਰੈਸ ਕਰਨੇ ਚਾਹੀਦੇ ਨੇ ਜਿਹਨਾਂ 'ਤੇ ਕੋਈ ਕੰਮ ਹੀ ਨਹੀਂ ਕਰ ਰਿਹਾ ਐਬਸੋਲੂਟਲੀ ਆਈ ਐਮ ਅਗੇਂਸਟ ਔਨ ਏਸ਼ੀਅਨ ਹੇਟ ਕ੍ਰਾਈਮਸ ਆਲਸੋ ਕਿਉਂ ਹੁੰਦਾ ਏਸ਼ੀਅਨ ਹੇਟ ਕ੍ਰਾਈਮ ਕਿਉਂ ਹੈ ਕਿਉਂਕਿ ਸਾਡੀ ਪੁਲਿਸ ਇਜ਼ ਨਾਟ ਦੇਅਰ we are not funding properly to the police if we are going to fund the police properly believe me crime rate is going to become down if we are making sure that your parents are going to be safe my kids are going to be safe then we need to make sure that police has to be protected police has to be funded properly that is all the concerns that we are building it and healthcare for all why not healthcare for all our senior citizens a lot of people that they are not getting the medicines on the time we need to make sure all of this ਇੱਕ ਖਾਸ ਸਵਾਲ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਹਰ ਇੱਕ ਕਮਿਊਨਿਟੀ ਨੂੰ ਸਿਟੀ ਫੰਡਡ ਡੇ ਕੇਅਰ ਸੈਂਟਰ ਜਾਂ ਬਜ਼ੁਰਗਾਂ ਦੇ ਵਾਸਤੇ ਮਿਲਿਆ ਸਾਡੀ ਕਮਿਊਨਿਟੀ ਨੂੰ ਕਦੋਂ ਮਿਲੇਗਾ the day we wake up the day we decide that now our people are going to represent us the day we decide the right person the right choice who can deliver it who can make sure that our community is going to be there the day we decide that our rights are not going to be violated the day we decide that we need to make sure we are going to be take the lead and go out and vote the day we decided that our voice need to be heard ਇਹ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਕਿ ਤੁਸੀਂ ਕੀ ਕੋਸ਼ਿਸ਼ ਕਰੋਗੇ ਕਿ ਲੋਕ ਸਾਡੇ ਵੋਟ ਕਰਨ ਕਿਉਂਕਿ ਇੱਕ ਵਾਰੀ ਮੈਂ ਵੋਟ ਪਾਉਣ ਗਿਆ ਤਾਂ ਕਹਿੰਦੀ ਤੁਸੀਂ ਤੀਜੇ ਪੰਜਾਬੀ ਹੋ ਜਿਹੜੇ ਵੋਟ ਪਾਉਣ ਆਏ
ਦੁਪਹਿਰ ਦੇ ਟਾਈਮ I did say that, sir, in previous our conversation, that on prime voters only 500 our South Asian, and ਮੈਂ ਹੁਣ ਤੁਹਾਡੇ ਨਾਲ ਇੱਕ ਚੀਜ਼ ਹੋਰ ਸਾਂਝੀ ਕਰ ਦਿੰਦਾ, ਸਾਊਥ ਏਸ਼ੀਅਨਸ ਦੇ ਵਿੱਚੋਂ ਵੀ ਜੇ ਇੰਡੀਅਨਸ ਦੀ ਗੱਲ ਕਰੀਏ ਤਾਂ ਵੀ ਆਰ 7500 ਜਿੰਨੇ ਵੋਟ ਆਪਾਂ ਪਾ ਕੇ ਟੋਟਲ ਵੋਟ ਪੋਲਡ ਹੁੰਦੇ ਨੇ, ਵਿੱਚੇ ਜਿੱਤਣ ਵਾਲੇ ਨੂੰ ਵਿੱਚੇ ਹਾਰਨ ਵਾਲੇ ਨੂੰ, ਇੰਡੀਅਨਸ ਓਨਲੀ 7500 ਐਂਡ ਜੇ ਮੈਂ ਪਾਕਿਸਤਾਨੀ ਕਮਿਊਨਿਟੀ ਦੀ ਗੱਲ ਕਰਾਂ ਦੇ ਆਰ ਅਰਾਊਂਡ 4500, ਜੇ ਮੈਂ ਬੰਗਲਾਦੇਸ਼ੀ ਦੀ ਗੱਲ ਕਰਾਂ ਦੇ ਆਰ ਅਰਾਊਂਡ 4300, ਫਿਰ ਮੈਂ ਹੋਰ ਡਿਫਰੈਂਟ ਕਮਿਊਨਿਟੀਜ਼ ਦੀ ਗੱਲ ਕਰਦਾ ਜੀ ਜਿਹੜੇ ਸਾਡੇ ਸਾਊਥ ਏਸ਼ੀਅਨ ਨੇ, ਅਫਗਾਨੀ ਭਰਾ ਨੇ ਸਾਡੇ ਸ਼੍ਰੀਲੰਕਾ ਤੋਂ ਆਉਂਦੇ ਨੇ, ਸਾਡੇ ਨੇਪਾਲ ਤੋਂ ਆਉਂਦੇ ਨੇ, ਡਿਫਰੈਂਟ ਕਮਿਊਨਿਟੀਜ਼ ਰਹਿ ਰਹੀਆਂ ਨੇ, ਠੀਕ ਹੈ। ਜੇ ਤੁਸੀਂ ਇਹਨਾਂ ਸਾਰਿਆਂ ਨੂੰ ਕੰਬਾਈਨ ਕਰ ਲਓ ਤਾਂ ਅਸੀਂ ਤਕਰੀਬਨ 22000 ਲੋਕ ਹਾਂ। ਜੇ 22000 ਲੋਕ ਖੜੇ ਹੋ ਜਾਣ, ਬਲੀਵ ਮੀ, ਸਾਨੂੰ ਮੇਕ ਸ਼ੋਰ ਕਰਨਾ ਪਊਗਾ ਸਾਡੀ ਆਵਾਜ਼ ਸੁਣੀ ਜਾਵੇ, ਸਾਡੇ ਜਿਹੜੇ ਰਾਈਟਸ ਨੇ ਉਹ ਪ੍ਰੋਟੈਕਟ ਹੋ ਸਕਣ। ਵੀ ਨੀਡ ਟੂ ਮੇਕ ਸ਼ੋਰ ਦੈਟ ਆਵਰ ਰਾਈਟਸ ਆਰ ਨਾਟ ਗੋਇੰਗ ਟੂ ਬੀ ਗੈਟ ਵਾਇਲੇਟਿਡ। ਜਿਹੜੀਆਂ ਪੋਲਿਸੀਜ਼ ਸਾਡੇ ਲਈ ਬਣਨਗੀਆਂ ਉਹ ਸਾਡੀਆਂ ਪੋਲਿਸੀਜ਼ ਸਾਡੇ ਵਾਸਤੇ ਤਾਂ ਹੀ ਬਣ ਸਕਦੀਆਂ ਨੇ ਜੇ ਸਾਡੀ ਰਿਪਰੈਜ਼ੈਂਟੇਸ਼ਨ ਹੋਊਗੀ। ਇੱਕ ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦਾ, ਚਾਹੇ ਬਲੈਕ ਕਾਰ ਆ ਚਾਹੇ ਯੈਲੋ ਹੈ, ਟੈਕਸੀ ਇੰਡਸਟਰੀ ਬਲੈਕ ਵਾਲੇ ਵੀ ਖੁਸ਼ ਨਹੀਂ ਹੈ, ਯੈਲੋ ਵਾਲੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੈ, ਉਹਨਾਂ ਦੇ ਵਾਸਤੇ ਤੇ ਕੀ ਕਰੋਗੇ? My father-in-law is a yellow cab medallion owner and operator also. He is 64 now, so I see his lifestyle, what he is going through, right? So ਮੈਨੂੰ ਯਾਦ ਹੈ ਜਦੋਂ ਮੈਂ ਆਇਆ ਸੀਗਾ ਕੰਟਰੀ ਦੇ ਵਿੱਚ ਅਰਾਊਂਡ 200,000 ਦੇ ਲਾਗੇ ਤਾਗੇ ਮੈਡਾਲੀਅਨ ਹੋਇਆ ਕਰਦਾ ਸੀ। ਫਿਰ ਆਈ ਡਿਡ ਸੀ ਦੈਟ ਕਿ ਇਹ 1 ਮਿਲੀਅਨ ਤੱਕ ਚਲਾ ਗਿਆ। ਨਾਓ ਦੇਰ ਇਜ਼ ਨੋ ਵੈਲਿਊ, ਰਾਈਟ। ਪਰ ਜੇ ਮੈਂ ਯੈਲੋ ਕੈਬ ਦੀ ਗੱਲ ਕਰਾਂ, ਇਟਸ ਏ ਐਂਟੀਕ ਪੀਸ ਫॉर ਨਿਊਯਾਰਕ ਸਿਟੀ। ਜਦੋਂ ਬਾਹਰੋਂ ਟੂਰਿਸਟ ਆਉਂਦਾ ਨਾ, ਉਹ ਕਹਿੰਦਾ ਮੈਂ ਯੈਲੋ ਕੈਬ 'ਚ ਬੈਠਣਾ, ਹੀ ਵਾਣਾ ਰਾਈਡ ਔਨ ਦਾ ਯੈਲੋ ਕੈਬ, ਰਾਈਟ। ਸੋ ਇਹ ਇੱਕ ਗਹਿਣਾ ਹੈ ਨਿਊਯਾਰਕ ਸਿਟੀ ਦਾ। ਇਹ ਸਿਟੀ ਨੂੰ ਚਾਹੀਦਾ ਹੈ ਕਿ ਇਹਨੂੰ ਪ੍ਰੋਟੈਕਟ ਕਰਕੇ ਰੱਖਣਾ। ਇਹਦੀ ਇੱਕ ਸੈੱਟ ਵੈਲਿਊ ਹੈ ਜਿਹੜੀ ਨਾਟ ਇਨਫਲੇਸ਼ਨ ਵੀ ਨਾ ਹੋਣ ਦੇਣ, ਇਹਦੀ ਇੱਕ ਸੈੱਟ ਵੈਲਿਊ ਡਿਕਲੇਅਰ ਕਰਨੀ ਚਾਹੀਦੀ ਹੈ। ਇਹ ਸਭ ਤੋਂ ਵੱਡਾ ਕੰਸਰਨ ਹੋਣਾ ਚਾਹੀਦਾ। ਅਤੇ ਜਿਹੜੇ ਪਰਸਨਲ ਐਸੈਟਸ ਨੇ ਲੋਕਾਂ ਦੇ, ਉਹਨਾਂ ਨੂੰ ਯੈਲੋ ਕੈਬ ਮੈਡਾਲੀਅਨ ਦੇ ਨਾਲ ਅਟੈਚ ਨਹੀਂ ਕਰਨਾ ਚਾਹੀਦਾ। ਕਿਉਂ ਨਹੀਂ ਕਰਨਾ ਚਾਹੀਦਾ? ਕਿਉਂਕਿ ਉਹ ਪ੍ਰਾਇਮਰੀ ਰੈਜ਼ੀਡੈਂਸ ਹੈ। ਜੇ ਅਸੀਂ ਉਹਨਾਂ ਨੂੰ ਉਹਦੇ ਨਾਲ ਅਟੈਚ ਕਰਾਂਗੇ, ਇਟਸ ਗੋਇੰਗ ਟੂ ਕ੍ਰੀਏਟ ਏ ਪ੍ਰੋਬਲਮ। ਉਹ ਘਰੋਂ ਬੇਕਾਰ ਹੋ ਜਾਣਗੇ। ਅਸੀਂ ਇਹ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਸਾਡੀ ਸਿਟੀ ਹੈ ਜਿਹੜੀ ਸੇਫ ਐਨਫ ਰਹੇ, ਮੂਵ ਪ੍ਰੋਪਰਲੀ ਕਰੇ, ਹੈਲਦੀ ਰਹੇ, ਕੁਆਲਿਟੀ ਆਫ ਲਾਈਫ ਮੇਨਟੇਨ ਰਹੇ। ਇਹ ਤਾਂ ਹੋਈ ਜੀ ਯੈਲੋ ਕੈਬ ਦੀ ਗੱਲ। ਹੁਣ ਮੈਂ ਗੱਲ ਕਰਦਾ ਤੁਹਾਡੇ ਨਾਲ ਜਿਹੜੇ ਆਪਣੇ ਬਲੈਕ ਕਾਰ ਡਰਾਈਵਰਸ ਨੇ। ਹੁਣ ਬਲੈਕ ਕਾਰ ਡਰਾਈਵਰਸ ਦੇ ਡਿਫਰੈਂਟ ਇਸ਼ੂਜ਼ ਨੇ ਯੈਲੋ ਕੈਬ ਨਾਲੋਂ। ਬਲੈਕ ਕਾਰਸ ਦੇ ਜਾਂ ਗ੍ਰੀਨ ਕੈਬ ਦੀ ਗੱਲ ਕਰਦਾ, ਉਹਨਾਂ ਦੇ ਇਸ਼ੂਜ਼ ਕੀ ਨੇ? ਜਦੋਂ ਤੁਸੀਂ ਸਿਟੀ 'ਚ ਜਾਂਦੇ ਹੋ, ਦੇਰ ਇਜ਼ ਨੋ ਪ੍ਰੋਪਰ ਬਾਥਰੂਮਸ ਫॉर ਦੈਮ, ਦੇਰ ਇਜ਼ ਨੋ ਟੈਕਸੀ ਸਟੈਂਡਸ ਫॉर ਦੈਮ। ਆਈ ਅੰਡਰਸਟੈਂਡ ਉਹਨਾਂ ਨੇ ਲਾਟ ਆਫ ਮਨੀ ਇਨਵੈਸਟ ਨਹੀਂ ਕੀਤੀ, ਜਿੱਦਾਂ ਮੈਡਾਲੀਅਨ 250,000 400 800,000 ਦਾ ਹੋਇਆ, ਠੀਕ ਹੈ। ਬਟ ਉਹਨਾਂ ਦੇ ਡਿਫਰੈਂਟ ਟਾਈਪ ਆਫ ਇਸ਼ੂਜ਼ ਨੇ। ਉਹਨਾਂ ਨੂੰ ਜਿਹੜੀ ਜੋਬ ਆਉਂਦੀ ਹੈ ਉਹ ਆਫ ਦੀ ਹੁੱਕ ਆ ਰਹੀ। ਆਫ ਦੀ ਹੁੱਕ ਤੋਂ ਮਤਲਬ ਮੇਰਾ ਇਹ ਹੈ ਕਿ ਕਿਤੋਂ ਵੀ ਆ ਸਕਦੀ ਹੈ, ਪਤਾ ਹੀ ਨਹੀਂ ਚੱਕਰ ਹੈ। ਤੁਹਾਨੂੰ ਟ੍ਰੈਫਿਕ ਨੂੰ ਵੀ ਬੀਟ ਕਰਨਾ, ਤੁਸੀਂ ਮੇਕ ਸ਼ੋਰ ਕਰਨਾ ਤੁਸੀਂ ਔਨ ਟਾਈਮ ਵੀ ਰਹੋ, ਤੁਸੀਂ ਮੇਕ ਸ਼ੋਰ ਕਰਨਾ ਕਿ ਤੁਹਾਡੀ ਜਿਹੜੀ ਕੁਆਲਿਟੀ ਆਫ ਹੈਲਥ ਹੈ ਉਹ ਵੀ ਸਹੀ ਰਹੇ। ਉਹ ਸਹੀ ਕਿੱਦਾਂ ਰਹਿੰਦੀ ਹੈ? ਲਾਟ ਆਫ ਪੀਪਲ ਆਰ ਦਾ ਡਾਇਬੈਟਿਕਸ ਪੇਸ਼ੈਂਟਸ, ਰਾਈਟ। ਬਾਰ-ਬਾਰ ਤੁਹਾਨੂੰ ਰੈਸਟ ਰੂਮ ਜਾਣਾ ਪੈ ਰਿਹਾ, ਪਰ ਵੀ ਨੀਡ ਟੂ ਮੇਕ ਸ਼ੋਰ ਦੈਟ ਤੁਹਾਡੇ ਰੈਸਟ ਰੂਮ ਪ੍ਰੋਪਰ ਹੋਣੇ ਚਾਹੀਦੇ ਨੇ, ਤੁਹਾਡੇ ਸਟੈਂਡਿੰਗ ਹੋਣੀਆਂ ਚਾਹੀਦੀਆਂ ਨੇ। ਐਟਲੀਸਟ ਟੈਕਸੀ ਸਟੈਂਡ ਤਾਂ ਹੋਣੇ ਚਾਹੀਦੇ ਨੇ ਨਾ, ਜਿੱਥੇ ਜਾ ਕੇ ਤੁਸੀਂ ਐਟਲੀਸਟ ਉੱਥੇ ਗੱਡੀ ਪਾਰਕ ਕਰਕੇ ਕਿਸੇ ਤੋਂ ਬਰਗਰ ਲੈ ਲਓ, ਤੁਸੀਂ ਉੱਥੇ ਰੈਸਟ ਰੂਮ ਯੂਜ਼ ਕਰ ਲਓ, ਸਮਥਿੰਗ ਲਾਈਕ ਦੈਟ। ਵੀ ਨੀਡ ਟੂ ਮੇਕ ਸ਼ੋਰ ਦੈਟ ਆਵਰ ਪੀਪਲ ਆਰ ਗੋਇੰਗ ਟੂ ਬੀ ਪ੍ਰੋਟੈਕਟਿਡ ਔਨ ਦਾ ਕੁਆਲਿਟੀ ਆਫ ਲਾਈਫ ਐਜ਼ ਵੈਲ ਟੂ। ਸੋ ਇਹ ਸਨ ਸੰਜੀਵ ਜਿੰਦਲ ਜੀ ਦੇ ਇਲੈਕਸ਼ਨ ਦੇ ਬਾਰੇ 'ਚ ਵਿਚਾਰ, ਔਰ ਅਸੀਂ ਇਹਨਾਂ ਨਾਲ ਦੁਬਾਰਾ ਫਿਰ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ, ਕਿਉਂਕਿ ਹੁਣ ਸਾਡੇ ਕੋਲ ਟਾਈਮ ਜੋ ਹੈ ਸਮਾਪਤ ਹੋ ਰਿਹਾ। ਵਾਪਸ ਫਿਰ ਕਿਸੇ ਨਵੇਂ ਮੁੱਦੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਬਹੁਤ ਬਹੁਤ ਧੰਨਵਾਦ।